तरक्की है वो बड़ी आसानी नाल मिलदी है। पर ਜਿਹੜਾ ਸਮਾਜ ਹੈ ਸੋਸਾਇਟੀ ਉਹ ਇਹ ਸੋਚਦੀ ਕਿ ਸਿਰਫ ਮੁੰਡੇ ਹੀ ਸਪੋਰਟਸ ਅੱਗੇ ਆ ਸਕਦੇ ਨੇ, ਕੁੜੀਆਂ ਨਹੀਂ ਖੇਡ ਸਕਦੀਆਂ, ਜੋ ਕਿ ਉਹਨਾਂ ਦੀ ਸੋਚ ਹੈ ਬਿਲਕੁਲ ਗਲਤ ਹੈ। ਇਸ ਸੋਚ ਨੂੰ ਜਿਹੜਾ ਪੂਰਾ ਪ੍ਰੋਪਰਲੀ ਖਰੇ ਉਤਰੇ ਸਹੀ ਸਾਬਿਤ ਕੀਤਾ ਹੈ ਉਹ ਮੇਰੇ ਨਾਲ ਇਸ ਸਮੇਂ ਮੌਜੂਦ ਨੇ ਗੋਲਫਰ ਤਵਲੀਨ ਬੱਤਰਾ। ਤਵਲੀਨ, ਜੇਕਰ ਗੱਲ ਕਰੀਏ ਜਿੱਦਾਂ ਕਰੋਨਾ ਵਰਗੀ ਮਹਾਮਾਰੀ ਚੱਲ ਰਹੀ ਹੈ, ਬਾਕੀ ਸਪੋਰਟਸ ਦੇ ਮੁਕਾਬਲੇ ਜੇਕਰ ਕੰਪੈਰੀਜ਼ਨ ਕਰੀਏ ਗੋਲਫ ਕਿੰਨਾ ਸੇਫ ਹੈ? See, golf is one of the safest sports as compared to any other sport. Why? Because golf की है it's non-contact sport. आप किसी और प्लेयर को you're not touching them, आप किसी और का कुछ बॉल नहीं टच करे, कुछ नहीं करे. So in that sense, golf is very very safe sport. Sorry, one I said it's because it's non-contact, and secondly, is it social distancing happens very naturally. You know, there are groups of 3 or 4 people playing on the course. Everyone is playing their own game. They're not coming together in contact. They're not touching each other. They're maintaining their distance. In keeping all that in sense, it is very safe. And it just says because on the competitive level also, golf was one of the first sports to start competition wise on the on the PGA tour. For that matter, we are lucky that हमारी practices resume हो गई हैं. Of course, tournaments and all is something that will happen much later on Indian domestic level, but we are hopeful that things will get fine soon. ਤੇ ਜਦੋਂ ਕਿਸੇ ਪਲੇਅਰ ਨੂੰ ਇੰਜਰੀ ਹੁੰਦੀ ਹੈ ਤਾਂ ਦੁਬਾਰਾ ਜਦੋਂ ਕਮਬੈਕ ਕਰਦਾ ਹੈ ਕਿਸੇ ਤਰ੍ਹਾਂ ਦੀ ਡਿਫਿਕਲਟੀ ਆਉਂਦੀ ਹੈ, ਕਿਉਂਕਿ ਦੁਬਾਰਾ ਕਮਬੈਕ ਕਰਨਾ ਕਾਫੀ ਟਾਈਮ ਇੱਕ ਕਿਸਮ ਦਾ ਗੈਪ ਹੀ ਪੈ ਜਾਂਦਾ ਹੈ। ਉਸ ਗੈਪ ਦੇ ਦੌਰਾਨ ਆਪਣੇ ਆਪ ਨੂੰ ਹੋਰ ਤੁਸੀਂ ਪੋਲਿਸ਼ ਇੰਪਰੂਵ ਕਰਨ ਦੀ ਜੇ ਬੈਸਟ ਟੂ ਬੈਸਟ ਐਫਰਟ ਕਰਦੇ ਹੋ? ਬਿਲਕੁਲ ਨਹੀਂ, ਡੈਫੀਨੇਟਲੀ ਕੋਈ ਵੀ ਤਰ੍ਹਾਂ ਦਾ ਗੈਪ ਹੋ ਐਂਡ ਸਪੈਸ਼ਲੀ ਸਮਥਿੰਗ ਲਾਈਕ ਐਨ ਇੰਜਰੀ ਜਿੱਥੇ ਤੁਸੀਂ ਆਪੇ ਵੀ ਇੰਨਾ ਸਫਰ ਕਰ ਰਹੇ ਹੋ ਪੇਨ ਵਿੱਚ, ਯੂ ਆਰ ਟ੍ਰਾਈਂਗ ਟੂ ਕਮ ਬੈਕ ਐਂਡ ਇੱਕ ਤਰ੍ਹਾਂ ਤੋਂ ਦੇਖਾ ਜਾਏ ਤਾਂ ਦ ਪਲੇਅਰ ਇਜ਼ ਐਬਸੋਲੂਟਲੀ ਹੈ। ਐਂਡ ਇਸ ਤਰ੍ਹਾਂ ਦੇ ਟਾਈਮ ਹੈਗੇ ਕੋਵਿਡ ਦੇ, ਹਰ ਜਗ੍ਹਾ ਸਪੋਰਟਸ ਵਿੱਚ ਰੁਕਾਵਟ ਆ ਗਈ, ਨਾਟ ਜਸਟ ਸਪੋਰਟਸ ਵਿੱਚ ਬਟ ਹਰ ਫੀਲਡ ਵਿੱਚ ਕਾਫੀ ਰੁਕਾਵਟ ਆ ਗਈ ਹੈ। ਅਤੇ ਉਸ ਬਾਰੇ ਚਲੋ ਗੱਲ ਕਰਦੇ ਹਾਂ, ਦੇਖਦੇ ਹਾਂ ਕਿ ਹੋਰ ਕੀ ਚੱਲਦਾ ਹੈ। ਤਵਲੀਨ, ਜਿੱਦਾਂ ਤੁਸੀਂ ਦੱਸਿਆ ਤੁਸੀਂ ਬੜੀ ਛੋਟੀ ਉਮਰ ਜਿਹੜਾ ਸਪੋਰਟਸ ਦਾ ਸਟਾਰਟ ਕਰਤਾ ਸੀਗਾ, ਐਕਸਪੀਰੀਅੰਸ ਵਾਈਜ਼ ਕਿੱਦਾਂ ਰਿਹਾ, ਅਤੇ ਹੁਣ ਜਿਹੜਾ ਸਪੋਰਟਸ ਦਾ ਸਿਸਟਮ ਹੈ ਉਹਦੇ ਵਿੱਚ ਤੁਹਾਨੂੰ ਐਸਾ ਗੋਲਫਰ ਕੀ ਜਿਹੜਾ ਬਦਲਾਅ ਨਜ਼ਰ ਆਉਂਦਾ ਹੈ? ਸੋ ਮੈਂ ਗੋਲਫ ਸਟਾਰਟ ਕੀਤੀ ਸੀ ਜਦ ਮੈਂ ਸੀ ਅਰਾਊਂਡ 12 ਇਅਰਸ ਦੀ, ਅਤੇ ਮੇਰੀ ਜਰਨੀ ਹੈਗੀ ਅਬਾਊਟ 13 ਇਅਰਸ ਦੀ। ਐਂਡ ਇਸ 13 ਇਅਰਸ ਵਿੱਚ ਮੈਂ ਕਾਫੀ ਬਦਲਾਅ ਦੇਖਿਆ ਇਸ ਸਪੋਰਟ ਵਿੱਚ, ਐਂਡ ਸਪੋਰਟ ਇੰਡੀਆ ਵਿੱਚ ਅਤੇ ਵਰਲਡ ਵਾਈਡ ਵੀ। ਅਤੇ ਗੱਲ ਕਰਦੇ ਹਾਂ ਕਿ ਆਪਾਂ ਇੰਡੀਆ ਅਤੇ ਨਾਲੇ ਪੰਜਾਬ ਅਤੇ ਹਰਿਆਣਾ ਦੀ, ਬਿਕੋਜ਼ ਮੈਂ ਅੰਬਾਲੇ ਤੋਂ ਬਿਲੋਂਗ ਕਰਦੀ ਹਾਂ। ਅਤੇ ਸੋ ਜਿਸ ਤਰ੍ਹਾਂ ਮੈਂ ਕਹਿ ਰਹੀ ਸੀ ਕਿ ਜਦ ਮੈਂ ਸਟਾਰਟ ਕੀਤੀ ਸੀ ਤਾਂ ਬਹੁਤ ਹੀ ਥੋੜ੍ਹੇ ਜਿਹੇ ਪਲੇਅਰਸ ਸੀਗੇ, ਐਂਡ ਜਿਹੜਾ ਇੱਥੇ ਇੰਡੀਆ ਦਾ ਪ੍ਰੋ ਟੂਰ ਹੈਗਾ ਉਸ ਵਿੱਚ ਵੀ ਦੇਰ ਵਰ ਜਸਟ ਹਾਰਡਲੀ 9 or 10 players to start with when the tour started in India. But now definitely 13 years 14 years ਵਿੱਚ ਕਾਫੀ growth ਆ ਗਈ ਹੈ ਇੰਡੀਆ ਵਿੱਚ, and now that tour is also growing. ਹੁਣ ਸਾਡੇ about 30-35 ਪਲੇਅਰਸ ਹੋ ਗਏ ਨੇ, ਅਤੇ ਦੈਟ ਇਜ਼ ਅ ਬਿਗ ਅਚੀਵਮੈਂਟ। ਅਸੀਂ ਕਹਿੰਦੇ ਆ ਕਿ ਹਾਂਜੀ the number is very less as compared to countries like the UK or US, but growth ਜਿਹੜੀ ਹੁੰਦੀ ਹੈ it is slow and steady. ਅਗਰ ਚਾਰਟ ਉੱਤਰ ਜਾ ਰਿਹਾ ਹੈ ਤਾਂ I think it's a good indicator. ਜਿੱਦਾਂ ਸੋਸਾਇਟੀ ਦੀ ਸੋਚਦੇ ਕਿ ਮੁੰਡਿਆਂ ਵਾਲੀ ਸਪੋਰਟਸ ਬਣਿਆ, ਮੁੰਡੇ ਹੀ ਖੇਡ ਸਕਦੇ ਨੇ, ਅਕਸਰ ਦੇਖਿਆ ਕਿ ਮੁੰਡੇ ਹੀ ਗੋਲਫ ਦੀ ਫੀਲਡ ਵਿੱਚ ਨੇ। ਯੂ ਆਰ ਦਾ ਫਸਟ ਫੀਮੇਲ ਕਿ ਤੁਸੀਂ ਗੋਲਫ ਫੀਲਡ ਵਿੱਚ ਆਏ ਹੋ। ਜਿੱਦਾਂ ਸਮਾਜ ਦੀ ਆਦਤ ਹੁੰਦੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਤਾਂ ਉਹ ਐਕਸਪੀਰੀਅੰਸ ਕਦੇ ਹੋਇਆ ਇੱਦਾਂ ਦਾ ਫੀਲ? ਸੀ ਆਈ ਐਮ ਲੱਕੀ, ਮੈਨੂੰ ਕਦੇ ਇਹਦਾ ਐਕਸਪੀਰੀਅੰਸ ਨਹੀਂ ਹੋਇਆ, ਅਤੇ ਮੇਰੀ ਫੈਮਿਲੀ ਮੇਰੇ ਪੇਰੈਂਟਸ ਕਾਫੀ ਸਪੋਰਟਿਵ ਰਹੇ ਜਦ ਤੋਂ ਮੈਂ ਗੋਲਫ ਸਟਾਰਟ ਕੀਤੀ ਹੈ। ਨਾਲੇ ਅਗਰ ਗੋਲਫ ਦੀ ਗੱਲ ਕਰੀਏ ਤਾਂ ਇਟ ਇਜ਼ ਨਾਟ ਅ ਵੈਰੀ ਫੇਮਸ ਸਪੋਰਟ ਐਜ਼ ਸੱਚ ਐਜ਼ ਕੰਪੇਅਰ ਟੂ cricket, tennis and hockey, and especially India ਜਿਹੀ ਕੰਟਰੀ ਵਿੱਚ। of course ਬਾਹਰ ਦੀ ਇੰਪੋਰਟੈਂਸ ਜ਼ਿਆਦਾ ਹੈਗੀ for sure, but ਉਹ ਸਭ ਚੀਜ਼ਾਂ ਮੱਦੇ ਨਜ਼ਰ ਰੱਖਦੇ, ਅਤੇ ਨਾਲੇ of course because ਇੰਨੀ ਵੱਡੀ ਦੀ ਨਹੀਂ ਹੈਗੀ ਗਰੋਥ ਇਸ ਗੇਮ ਦੀ, ਅਤੇ ਉਸ ਕਰਕੇ the facilities and the support it is getting, that is also very less. ਉਹ ਸਭ ਚੀਜ਼ें ਮੱਦੇ ਨਜ਼ਰ में ਰੱਖਦੇ I think golf is faring well. ਅਤੇ ਜਿੱਦਾਂ ਤਬਲੀਨ ਹੁਣ ਕਰੋਨਾ ਵਰਗੀ ਮਹਾਮਾਰੀ ਚੱਲ ਰਹੀ ਹੈ, ਪੂਰਾ ਦੇਸ਼ ਹੀ ਉਹਦੇ ਨਾਲ ਲੜ ਰਿਹਾ, ਉਹਨੂੰ ਫੇਸ ਕਰ ਰਿਹਾ। ਹੁਣ ਟੂਰਨਾਮੈਂਟ ਇਸ ਸਾਲ ਤਾਂ ਨਹੀਂ ਹੋਣਗੇ, 21 'ਚ ਹੋਣਗੇ। ਕਿੱਦਾਂ ਦੀ ਪ੍ਰੈਪਰੇਸ਼ਨਸ ਕੀਤੀਆਂ ਨੇ ਅਤੇ ਕੀ ਅੱਗੇ ਐਕਸਪੈਕਟੇਸ਼ਨਸ ਕੀ ਨੇ ਟੂਰਨਾਮੈਂਟਸ ਤੋਂ? ਸੋ ਜਿਹੜੇ ਸਾਡੇ ਪਲੱਸ ਜਿਹੜਾ ਲੋਸ ਹੋਇਆ ਉਹ ਤੁਸੀਂ ਲੋਸ ਨੂੰ ਲੱਗਦਾ ਪੂਰਾ ਕੰਪਲੀਟ ਕਰ ਪਾਓਗੇ ਤੁਸੀਂ ਲੋਸ ਨੂੰ? ਨਹੀਂ, ਡੈਫੀਨੇਟਲੀ ਜਿਹੜਾ ਲੋਸ ਆਇਆ ਹੈਗਾ ਪਿਛਲੇ 5-6 ਮਹੀਨੇ ਵਿੱਚ ਕਰੋਨਾ ਵਾਇਰਸ ਕਰਕੇ, ਇਟ ਇਜ਼ ਟਫ ਟੂ ਰਿਕਵਰ ਫਰੋਮ। ਬਟ ਜਿਸ ਤਰ੍ਹਾਂ ਮੈਂ ਤੁਹਾਨੂੰ ਕਹਿ ਰਹੀ ਸੀ ਕਿ ਸਾਡੇ ਟੂਰ ਵਿੱਚ ਹੀ ਦੇਰ ਆਰ ਅਬਾਊਟ 17 to 18 ਇਵੈਂਟਸ ਜਿਹੜੇ ਹੁੰਦੇ ਥਰੂ ਆਊਟ ਦਾ ਈਅਰ। ਜਨਵਰੀ 'ਚ ਸਾਡਾ ਟੂਰ ਸਟਾਰਟ ਹੁੰਦਾ ਹੈ, ਅਤੇ ਨਵੰਬਰ ਵਿੱਚ ਜਾਂ ਦਸੰਬਰ ਵਿੱਚ ਤੱਕ the tournaments ਚੱਲਦੇ ਵਿਦ 2-3 months ਦਾ ਬ੍ਰੇਕ।
ਤੇ ਵੀ वर lucky कि बिफोर द ब्रेक जनवरी टू मार्च साढ़े 7 इवेंट्स हो गए सी एंड they hun because corona aa gaya hai then the remaining rest of the year's tournaments they got cancelled they we are hoping that when we get back whenever it is in 2021 and it is a successful start we start from where we left and tad jad assi restart kare we just come back stronger tad kuch rukawat na aaye ਤੁਹਾਡਾ ਫਸਟ ਲਵ ਹੈ ਗੋਲਫ, ਅਸੀਂ ਦੇਖਿਆ ਕਿ ਜਦੋਂ ਤੁਸੀਂ ਟੂਰਨਾਮੈਂਟਸ ਵਿੱਚ ਖੇਡਦੇ ਹੋ ਤੁਹਾਡਾ ਜਿਹੜਾ ਸਟਾਈਲ ਹੈ ਗੋਲਫ ਦਾ ਕਾਫੀ ਡਿਫਰੈਂਟ ਹੈ। ਜੇਕਰ ਆਫਟਰ ਸ਼ਾਦੀ ਤੋਂ ਬਾਅਦ ਕੀ ਲੱਗਦਾ ਕਿ ਜਿਹੜੇ ਹਸਬੈਂਡ ਨੇ ਅਲਾਉ ਕਰਦੇ ਨੇ, ਕਈ ਵਾਰ ਸਪੋਰਟਿਵ ਹੁੰਦੇ ਵੀ ਨੇ, ਕਈ ਸਪੋਰਟਿਵ ਨਹੀਂ ਵੀ ਹੁੰਦੇ, ਤੁਸੀਂ ਕਿੱਦਾਂ ਮੈਨੇਜ ਕਰੋਗੇ ਜੇਕਰ ਇੱਦਾਂ ਕੋਈ ਆਪਸ਼ਨ ਆਉਂਦਾ ਕਿ golf ਜਾਂ ਮੈਰਿਡ ਲਾਈਫ? That's a very funny question considering I am also very young right now and no such plans but I hope that yeah whichever partner I choose he is supportive and understanding enough that's how it is। ਤੇ ਤਬਲੀਗ ਇੱਕ ਪ੍ਰਾਊਡ ਫੀਲ ਕਰਦੇ ਹੋ ਕਿ ਅੰਬਾਲਾ ਸ਼ਹਿਰ ਹੈ ਜਾਂ ਜਿੱਥੋਂ ਪਰਿਣੀਤੀ ਚੋਪੜਾ ਵੀ ਬਾਲੀਵੁੱਡ 'ਚ ਇਸ ਸਮੇਂ ਬਹੁਤ ਨਾਮ ਕਮਾ ਰਹੀ ਹੈ ਤੇ ਤੁਸੀਂ ਵੀ ਅੰਬਾਲਾ ਤੋਂ ਸਪੋਰਟਸ ਫੀਲਡ ਵਿੱਚ ਨਾਮ ਕਮਾ ਰਹੇ ਹੋ, ਕਿੱਦਾਂ ਦਾ ਫੀਲ ਕਰਦੇ ਹੋ ਜਦੋਂ ਤੁਹਾਡੇ ਪੇਰੈਂਟਸ ਨੂੰ ਕਹਿੰਦੇ ਕਿ ਤੁਹਾਡੀ ਲੜਕੀ ਗੋਲਫ ਫੀਲਡ ਵਿੱਚ ਅੱਛਾ ਖਾਸਾ ਨਾਮ ਕਮਾ ਰਹੀ ਹੈ? It's definitely a great feeling I don't think ਦੁਨੀਆ 'ਚ ਉਸ ਤੋਂ ਵੱਡੀ ਕੋਈ ਫੀਲਿੰਗ ਹੈ ਜਦ ਤੁਸੀਂ ਦੇਖਦੇ ਹੋ ਕਿ ਤੁਹਾਡੇ ਪੇਰੈਂਟਸ ਦੇ ਆਰ ਸੋ ਪ੍ਰਾਊਡ ਆਫ ਯੂ ਯੂ ਨੋ ਉਸ ਵਰਗੀ ਸੈਟਿਸਫੈਕਸ਼ਨ ਉਸ ਵਰਗੀ ਫੁਲਫਿਲਮੈਂਟ I don't think anything can bring that feeling and also you know talking about coming from a small town like Ambala again it really matters it all comes down to how supportive your family is and Ambala being you know in Haryana we know that the state is not very good girls league but luckily like I said things are changing लोगों की awareness बढ़ रही है ਤੇ ਲੋਕੀ ਜਿਸ ਤਰ੍ਹਾਂ ਦੇਖ ਰਹੇ ਨੇ ਕਿ so you know sports in any case for boys also yes definitely boys ਜ਼ਿਆਦਾ ਹੈਗੇ girls ਦੀ as compared to girls but ਇਸ ਤਰ੍ਹਾਂ ਕਿਉਂ ਸੀਗਾ ਨਾ because earlier there were hardly any opportunities ਤੇ ਲੋਕਾਂ ਨੂੰ ਲੱਗਦਾ ਸੀ ਕਿ ਇਸ ਵਿੱਚ ਤੇ ਕੀ ਹੋਏਗਾ ਕਿ ਲੋਕੀ मतलब they can't understand कि अच्छा इसमें भी हम नाम कमा सकते हैं इसमें भी पैसा है कमा सकते हैं तो ये सब for them probably like a job is something which is very stable it is very promising and of course there is a risk factor in sports there are a lot of it is not the stability wise if we talk it can be a little dicey but definitely now since you know India to bhi kinne hi golfers they're doing well they're out there putting India on the world map be it men be it women also so wait because ਲੋਕੀ ਉਹ ਦੇਖ ਰਹੇ ਨੇ so you know they just like they set the bar and ਲੋਕਾਂ ਨੂੰ ਉਹ trust develop ਹੋ ਜਾਂਦਾ ਹੈ and that's how then they encourage their kids also plus ਨਾਲੇ what I think ਕਿ ਅਗਰ ਕੋਈ ਵੀ ਦੇਖਦਾ ਹੈ ਪੇਰੈਂਟਸ ਦੈਟ ਉਹਨਾਂ ਦੇ ਬੱਚੇ 'ਚ ਜਾਂ ਫਿਰ ਕਿਸੇ ਵਿੱਚ ਵੀ ਇਫ ਦੇ ਸੀ ਦ ਰਾਈਟ ਪੋਟੈਂਸ਼ੀਅਲ ਉਹਨਾਂ ਨੂੰ ਲੱਗਦਾ ਕਿ ਹਾਂ ਨਹੀਂ ਇਸਦੇ ਵਿੱਚ ਟੈਲੈਂਟ ਹੈਗਾ ਸਕਿੱਲ ਹੈਗਾ ਇੱਕ ਹਾਰਡ ਵਰਕ ਕਰਨ ਦੀ ਉਹ क्षमता ਹੈਗੀ ਤੇ ਦੇ ਵੁੱਡ ਸਪੋਰਟ ਭਾਵੇਂ ਦੰਗਲ ਵਰਗੀ ਫਿਲਮਾਂ ਬਾਲੀਵੁੱਡ 'ਚ ਬਣ ਕੇ ਆ ਚੁੱਕੀਆਂ ਨੇ ਉਹਨਾਂ ਦੇ ਆਡੀਅנס ਸਾਹਮਣੇ ਰੂਬਰੂ ਹੋ ਚੁੱਕੇ ਹਨ ਉਸ ਵਿੱਚ ਲੜਕੀਆਂ ਨੂੰ ਕਾਫੀ ਤਵੱਜੋ ਦਿੰਦਾ ਫਾਦਰ ਕਿ ਜਿਹੜਾ ਭੇਦਭਾਵ ਹੈ ਸੋਸਾਇਟੀ ਵਿੱਚ ਹਾਲੇ ਵੀ ਹੈ ਕੁੜੀਆਂ ਦੇ ਪ੍ਰਤੀ ਉਹੀ ਹੈ ਕਿ ਇਹ ਤਾਂ ਸਿਰਫ ਫਿਲਮ ਬਣੀ ਹੈ ਫਿਲਮਾਂ 'ਚ ਦਿਖਾਇਆ ਗਿਆ ਰਿਐਲਿਟੀ ਕੀ ਹੈ ਲੜਕੀਆਂ ਦੀ ਸਮਾਜ ਦੀ ਲੜਕੀਆਂ ਪ੍ਰਤੀ ਜਿਹੜੀ ਰਿਐਲਿਟੀ ਉਹ ਕੀ ਹੈ ਤੁਹਾਡੇ ਮੁਤਾਬਿਕ? आई थिंक जिस तरह मैं ਤੁਹਾਨੂੰ ਪਹਿਲੇ ਵੀ ਸਾਡੀ ਜਦ ਗੱਲ ਹੋ ਰਹੀ ਸੀ ਮੈਂ ਤੁਹਾਨੂੰ ਦੱਸਿਆ ਕਿ ਮੈਂ ਪਿਛਲੇ 2 ਸਾਲ ਤੋਂ ਕੈਲਕਟਾ ਵਿੱਚ ਹੈਗੀ ਹਾਂ ਸੇਮ ਸਿਟੀਜ਼ ਲਾਈਕ ਕੈਲਕਟਾ ਦਿੱਲੀ ਬੈਂਗਲੌਰ ਇਨ ਮੈਟਰੋਪੋਲੀਟਨ ਸਿਟੀਜ਼ it is not there so much है ना girls and boys ਵਿੱਚ ਇਸ ਤਰ੍ਹਾਂ ਕੁਝ ਡਿਸਕ੍ਰਿਮੀਨੇਸ਼ਨ ਨਹੀਂ ਹੈਗੀ ਕਾਫੀ ਇਕੁਆਲਿਟੀ ਹੈਗੀ ਲੋਕੀ ਸਪੋਰਟ ਕਰਦੇ ਨੇ ਗਰਲਸ ਨੂੰ ਤੇ we are blessed things are changing yes ਤੇ ਤਬਲੀਨ ਸਭ ਤੋਂ ਵੱਡਾ ਚੈਲੰਜ ਕੀ ਰਿਹਾ ਤੁਹਾਡਾ ਗੋਲਫ ਵਿੱਚ ਤੇ ਫਿਊਚਰ ਪਲਾਨਸ ਕੀ ਨੇ ਅੱਗੇ ਤੁਸੀਂ ਕੀ ਸੋਚਿਆ ਕੁਝ ਸੋਚਿਆ ਤੇ ਇਹਦਾ ਸਕੋਪ ਕੀ ਹੈਗਾ? ਸੋ ਫॉर ਮੀ ਮੇਰੀ ਲਾਈਫ ਵਿੱਚ ਮੇਰਾ ਚੈਲੰਜ ਆਇਆ 4 ਸਾਲ ਪਹਿਲਾਂ ਜਦ ਮੇਰੀ बैक इंजरी हो गई ਤਾਂ ਉਸ that was the time ਜਦ ਮੈਂ I had turned professional ਹਾਂਜੀ ਤੇ ਪਹਿਲੇ ਜਿਸ ਤਰ੍ਹਾਂ ਮੈਂ ਜੂਨੀਅਰ ਐਮੇਟਰ ਟੂਰ ਤੇ ਖੇਡੀ ਸੀ ਫਿਰ I turned pro and but then unfortunately ਮੇਰੀ बैक injury ਹੋ ਗਈ ਜਿਸ ਕਰਕੇ ਮੈਨੂੰ 6-7 ਮਹੀਨੇ ਰੈਸਟ ਲੈਣਾ ਪਿਆ and then after that also ਮੇਰਾ comeback ਇੰਨਾ strong ਨਹੀਂ ਹੋ ਪਾਇਆ because of that because relapse ਹੋ ਜਾਂਦਾ ਸੀ ਜਾਂ ਜੋ ਵੀ ਤੇ that was the time then when I took on to coaching ਤੇ I got into the field of coaching now I teach golf and I've been teaching for the last 3 years and again you know I love the sport and even that has become my passion so
So I was blessed that way कि even despite an injury I did not मैंने sport completely छड़ना नहीं पिया. I was connected to the sport. In fact it was more satisfactory because in a way I was giving back to the sport, right? मैं लोगों ਨੂੰ सिखाना, बच्चों ਨੂੰ सिखाना, लोगों ਨੂੰ help करने की गल कर रही सी कि how helpless and powerless a person feels जब ਉਹਨਾਂ ਦੀ injury ਹੋ ਜਾਂਦੀ ਹੈ. ਤੇ ਡੈਫੀਨਿਟਲੀ ਇੱਕ ਪੇਸ਼ੈਂਸ ਰੱਖਣਾ ਪੈਂਦਾ ਹੈ ਤੇ ਨਾਲੇ ਮੋਰ ਦੈਨ ਦੈਟ ਇੱਕ ਫੇਥ ਤੇ ਟਰਸਟ ਇਨ ਵਟਐਵਰ ਸਮਨ ਬਿਲੀਵਸ ਇਨ ਗੋਡ ਕਿ ਯੂ ਨੋ ਥਿੰਗਸ ਵਿਲ ਗੈਟ ਬੈਕ ਸੂਨ ਬਿਕੋਜ਼ ਇੱਕ ਤਰ੍ਹਾਂ ਸੇ ਹੀਲਿੰਗ ਅਗਰ ਹੋ ਰਹੀ ਹੈ ਯੂ ਕਾਂਟ ਕੰਟਰੋਲ ਇਟ ਜਿੰਨਾ ਕਿ ਬੋਡੀ ਨੂੰ ਰਿਪੇਅਰ ਨੂੰ ਟਾਈਮ ਲੱਗੇਗਾ 5 ਮੰਥ 6 ਮੰਥ ਅ ਈਅਰ ਡਿਪੈਂਡਿੰਗ ਔਨ ਦੀ ਇੰਜਰੀ ਉਹ ਤੇ ਲੱਗੇਗਾ ਕੀ ਉਹ ਫੋਕਸ ਦੁਬਾਰਾ ਲਗਾ ਪਾਉਂਦੇ ਹੋ ਇੱਕਦਮ ਜਿੱਦਾਂ ਕਮਬੈਕ ਤਾਂ ਕਈ ਬੈਂਗ ਨਾਲ ਕਰਦੇ ਨੇ ਕਈ ਇੰਜਰੀ ਹੋਈ ਹੈ ਥੋੜਾ ਟਾਈਮ ਲੱਗਦਾ ਹੈ ਜਦੋਂ ਆਪਾਂ ਕਮਬੈਕ ਕਰਦੇ ਹਾਂ हाँ जी बिल्कुल एंड दैट डिपेंड्स प्लेयर टू प्लेयर स्पोर्ट टू स्पोर्ट एंड हाउ अ पर्सन कम्स बैक इट डिपेंड्स ऑन अ लॉट ऑफ फैक्टर्स नॉट जस्ट वन वेयर यू नो ਅਸੀਂ ਇਹ ਨਹੀਂ ਕਹਿ ਸਕਦੇ ਕਿ ਅੱਛਾ ਅਗਰ ਬੰਦਾ ਮੈਂਟਲੀ ਸਟਰੋਂਗ ਹੈ ਤੇ ਉਹਦਾ ਕਮਬੈਕ ਹੋ ਜਾਏਗਾ ਇਟਸ ਵਨ देयर इज नो गारंटी टू डेफिनेटली बीइंग मेंटली स्ट्रॉन्गर हेल्प्स ਉਹਦਾ इट विल बी फास्टर बट यू नो स्पोर्ट्स द कंपटीशन इज सो मच एंड यू डू लूज उस 5-6 महीने साल काफ़ी लूज हो जाता है तो टू कम बैक इट डज टेक टाइम यस ਤੇ ਫਿਟਨੈਸ ਲਈ ਕਾਫੀ ਫੋਕਸ ਰੱਖਣਾ ਪੈਂਦਾ ਇਹਦਾ ਧਿਆਨ ਰੱਖਣਾ ਪੈਂਦਾ ਕੀ ਕੁਝ ਕਿੱਦਾਂ ਦੀ ਜਿਹੜੀ ਡਾਈਟ ਤੁਸੀਂ ਲੈਂਦੇ ਹੋ सी यस फिटनेस इज़ वही डाइट ते वर्कआउट बोथ ਉਹਦਾ ਖਿਆਲ ਰੱਖਣਾ ਪੈਂਦਾ ਹੈ ਡਾइट ਵਿੱਚ ਹੋਈ ਕਿ ਸਾਰਾ ਜੰਕ ਫੂਡ ਤੇ ਸ਼ੂਗਰ ਇਹ ਅਵੋਇਡ ਕੀਤੀ ਜਾਏ ਕੋਈ ਫਰਾਈਡ ਫੂਡ ਨਹੀਂ ਐਂਡ ਆਪਣੇ ਪ੍ਰੋਪਰ ਬੈਲੈਂਸ ਮੀਲਸ ਹੋ ਵੇਅਰ ਯੂ ਨੋ ਸਾਰੇ ਜਿਹੜੇ ਨਿਊਟ੍ਰੀਐਂਟਸ ਮੈਕਰੋ ਮਾਈਕਰੋ ਨਿਊਟ੍ਰੀਐਂਟਸ ਉਹਨਾਂ ਦਾ ਠੀਕ ਬੈਲੈਂਸ ਹੋ ਤੇ ਦੈਟ ਕੰਸਟੀਟਿਊਟਸ ਆਫ ਅ ਗੁੱਡ ਤੇ ਡਾਈਟ ਤਬਲੀਨ ਫੈਮਿਲੀ ਦਾ ਸਪੋਰਟ ਬਹੁਤ ਮੈਟਰ ਕਰਦਾ ਫੈਮਿਲੀ ਸਪੋਰਟ ਕਿੱਦਾਂ ਦੀ ਰਹੀ ਹੈ ਤੇ ਤੁਸੀਂ ਸਪੋਰਟਸ ਨੂੰ ਚੁਣਿਆ ਜਾਂ ਗੋਲਫ ਨੇ ਤੁਹਾਨੂੰ ਚੁਣਿਆ ਕੀ ਰੀਜ਼ਨ ਸੀਗਾ ਚੁਣਨ ਦਾ So yes, ਅਸੀਂ ਪਹਿਲੇ ਵੀ ਮੈਂਸ਼ਨ ਕਰ ਚੁੱਕੇ that family support really matters and ਮੈਂ ਗੋਲਫ ਸਟਾਰਟ ਕੀਤੀ ਆਪਣੇ ਪਾਪਾ ਨੂੰ ਦੇਖ ਕਰ ਉਹ ਖੇਡਦੇ ਸੀਗੇ ਤੇ ਉਹਨਾਂ ਨੇ ਮੈਨੂੰ ਕਾਫੀ ਮੋਟੀਵੇਟ ਕੀਤਾ ਐਂਡ ਇੱਕ ਤਰ੍ਹਾਂ ਸੇ ਦੇ ਇੰਟਰੋਡਿਊਸ ਦ ਸਪੋਰਟ ਟੂ ਮੀ ਤੇ yes it has been a lot of his support encouragement my entire family is my you know their sacrifice ਜਿਹੜੀ ਮੇਰੀ ਮਦਰ ਹੈ ਉਹ ਮੇਰੇ ਨਾਲ ਟਰੈਵਲ ਕਰਦੀ ਸੀ ਟੂਰਨਾਮੈਂਟ ਲਈ ਤੇ ਹਰ ਇੱਕ ਦਾ ਆਈ ਥਿੰਕ ਆਪਣਾ ਆਪਣਾ ਰੋਲ ਹੁੰਦਾ ਹੈ ਫੈਮਿਲੀ ਵਿੱਚ ਹਰ ਇੱਕ ਫੈਮਿਲੀ ਮੈਂਬਰ ਦਾ ਹਰ ਇੱਕ ਸਭ ਦਾ ਤੇ ਆਲ ਇਨ ਆਲ ਇਟ ਕਰਕੇ ਇਟ ਮੈਟਰਸ ਅ ਲੋਟ ਤੇ ਜਦੋਂ ਤੁਸੀਂ ਸਟਾਰਟ ਕੀਤਾ ਸੀ ਗੋਲਫ ਕਿਸੇ ਤਰ੍ਹਾਂ ਦੀ ਹੈਜ਼ਿਟੇਸ਼ਨ ਹੁੰਦੀ ਹੈ ਨਾ ਕਿ ਮੈਂ ਹੀ ਫੀਮੇਲ ਹਾਂ ਬਾਕੀ ਸਾਰੇ ਮੇਲਸ ਨੇ ਇੱਦਾਂ ਦਾ ਕੁਛ ਹੋਇਆ ਸੀਗਾ ਈਜ਼ੀਲੀ ਕਿ ਮੈਂ ਤਾਂ ਇਸ ਫੀਲਡ ਵਿੱਚ ਜਾਣਾ ਹੀ ਹੈ ਮੈਂ ਤਾਂ ਮਤਲਬ ਕਰਨਾ ਹੀ ਕਰਨਾ ਹੈ ਡੈਫੀਨਿਟਲੀ ਅੰਬਾਲਾ ਵਿੱਚ ਇਹੀ ਕੇਸ ਸੀ ਕਿ ਮੈਂ ਇੱਕ ਤਰ੍ਹਾਂ ਤੋਂ ਅਕੇਲੀ ਫੀਮੇਲ ਉਸ ਏਜ ਦੀ ਸੀਗੀ ਲੇਡੀਜ਼ ਸੀਗੇ ਉਸ ਟਾਈਮ ਦੇ ਹੋਰ ਬਟ ਵੈਰੀ ਰੇਅਰ ਮੇ ਬੀ ਇੱਕ ਹੀ ਦੋ ਤੇ ਬਟ ਉਹੀ ਲਾਈਕ ਆਈ ਸੈਡ ਬਿਕੋਜ਼ ਇੱਕ ਅਗਰ ਤੁਹਾਡੇ पीछे सपोर्ट अच्छा हो देन कोई भी अगर ऑब्स्टिकल आए तो उसको फेस करना ईजी रहता है ਤੇ ਬਾਕੀ ਸਪੋਰਟਸ ਦੇ ਮੁਕਾਬਲੇ ਗੋਲਫ ਦੀ ਗੱਲ ਕੀਤੀ ਕਿਤੇ ਨਾ ਕਿਤੇ ਲੱਗਦਾ ਇੰਪੋਰਟੈਂਸ ਤਾਂ ਗੋਲਫ ਨੂੰ ਘੱਟ ਕਿਉਂ ਦਿੱਤੀ ਹੈ ਇਹਦੀ ਕੀ ਰੀਜ਼ਨ ਹੈ ਕਿਉਂਕਿ ਜ਼ਿਆਦਾ ਕ੍ਰਿਕਟ ਨਹੀਂ ਪ੍ਰਮੋਟ ਕੀਤਾ ਰਿਹਾ ਹੋਰ ਸਪੋਰਟਸ ਵੀ ਨੇ ਹਾਕੀ ਨੂੰ ਨਹੀਂ ਇੰਨਾ ਮਿਲ ਰਹੀ ਇੰਪੋਰਟੈਂਸ ਗੋਲਫ ਨੂੰ ਨਹੀਂ ਮਿਲ ਰਹੀ ਜਦਕਿ ਹਾਕੀ ਰਾਸ਼ਟਰੀ ਖੇਡ ਹੈ ਇਹਦਾ ਰੀਜ਼ਨ ਕੀ ਹੈ ਸੀ ਕੀ ਹੁੰਦਾ ਨਾ ਆਈ ਥਿੰਕ ਵਾਈ ਕ੍ਰਿਕਟ ਇਜ਼ ਫੇਮਸ ਦੈਨ ਸਪੋਰਟਸ ਲਾਈਕ ਗੋਲਫ ਕੀ ਹਾਕੀ ਬਿਕੋਜ਼ ਕਿਸ ਤਰ੍ਹਾਂ ਤੋਂ ਉਹਨੂੰ ਗਲੋਰੀਫਾਈ ਕੀਤਾ ਜਾਂਦਾ ਹੈ ਤੁਸੀਂ ਅੱਜ ਦੇਖੋ ਕਿ ਮੀਡੀਆ ਵੀ ਜ਼ਿਆਦਾ ਕ੍ਰਿਕਟਰਸ 'ਤੇ ਹੀ ਫੋਕਸ ਕਰਦੇ ਨੇ ਉਸ ਵਿੱਚ ਹੀ ਥੋੜ੍ਹਾ ਇੱਕ ਗਲੈਮਰ ਪੋਰਸ਼ਨ ਆ ਜਾਂਦਾ ਹੈ ਜਿੱਥੇ ਕਿਸੇ ਚੀਜ਼ ਦੀ ਕਵਰੇਜ ਜ਼ਿਆਦਾ ਹੋਊਗੀ ਜਿੱਥੇ ਜਿਸ ਚੀਜ਼ ਨੂੰ ਤੁਸੀਂ ਜ਼ਿਆਦਾ ਦਿਖਾਓਗੇ ਅਫਕੋਰਸ ਦੈਟ ਵਿਲ ਗੈਟ ਮੋਰ ਫੇਮਸ ਅਤੇ ਇਹੀ ਇੱਕ ਰੀਜ਼ਨ ਹੈਗਾ ਤੇ ਸਟਰਗਲਿੰਗ ਪੀਰੀਅਡ ਤੁਹਾਨੂੰ ਕਿੰਨਾ ਕੁ ਜਿਹੜਾ ਹੈਗਾ ਫੇਸ ਕਰਨਾ ਪਿਆ ਲਾਈਕ ਆਈ ਟੋਲਡ ਯੂ ਕਿ ਮੇਰਾ 4 ਸਾਲ ਪਹਿਲੇ ਮੇਰੀ ਇੰਜਰੀ ਹੋਈ ਸੀ ਅਤੇ ਲਗਭਗ 1 ਸਾਲ 'ਤੇ ਲੱਗੀ ਗਿਆ ਸੀ ਮੇਰਾ ਜਿਹੜਾ 6 ਮੰਥਸ ਮੈਂ ਬਿਲਕੁਲ ਖੇਡੀ ਨਹੀਂ ਤੇ ਫਿਰ ਪ੍ਰੈਕਟਿਸ ਕਰਨਾ ਤੇ ਵਾਪਸ ਟੂਰਨਾਮੈਂਟ ਫੀਲਡ ਵਿੱਚ ਆਉਣਾ ਆਲਮੋਸਟ ਕੋਈ ਅਜਿਹੀ ਸਪੋਰਟਸ ਮੂਵੀ ਜਿੱਥੇ ਤੁਸੀਂ ਇੰਸਪਾਇਰ ਹੋਏ ਹੋ ਇੰਨੀ ਮੂਵੀਜ਼ ਚੱਕ ਦਿੰਦੀ ਹੈ ਲਗਾਨ ਹੈ ਐਨੀ ਮੂਵੀ ਸੋ ਬਾਲੀਵੁੱਡ ਵਿੱਚ ਵਨ ਆਫ ਮਾਈ ਫੇਵਰੇਟ ਮੂਵੀਜ਼ ਇਜ਼ ਡੈਫੀਨਿਟਲੀ ਦੰਗਲ ਕਿ ਯੂ ਨੋ ਉਹਦੀ ਜਸਟ એનર્ਜੀ ਦੈਟ ਇਜ਼ ਸੋ ਡਿਫਰੈਂਟ ਆਈ ਥਿੰਕ ਹਰ ਇੱਕ ਬੰਦਾ ਕਾਫੀ ਮੋਟੀਵੇਟ ਹੋਇਆ ਉਹ ਮੂਵੀ ਦੇਖ ਕੇ ਤੇ ਯੈਸ ਦੈਟ ਇਜ਼ ਡੈਫੀਨਿਟਲੀ ਸਪੋਰਟਸ ਬਾਇਓਪਿਕ ਬਹੁਤ ਬਣ ਰਹੀਆਂ ਹੁਣ 83 ਵੀ ਬਣ ਰਹੀ ਹੈ ਕਪਿਲ ਦੇਵ ਤੇ ਰਣਵੀਰ ਸਿੰਘ ਨੇ ਹੋਰ ਸਟਾਰਸ ਨੇ ਜਿੱਦਾਂ ਕੋਈ ਗੋਲਫ ਤੇ ਬਾਇਓਪਿਕ ਬਣਦੀ ਹੈ ਮੋਸਟਲੀ ਦੇਖੇਗਾ ਕਿ ਬਾਇਓਪਿਕ ਸਟਾਰਸ ਨੂੰ ਲੈ ਕੇ ਬਣਾਉਂਦੇ ਨੇ ਜੇਕਰ ਕੋਈ ਕਾਮਨ ਪਰਸਨ ਨੂੰ ਲੈ ਕੇ ਬਣਾਉਂਦਾ ਜਿੱਦਾਂ ਕੋਈ ਫੇਮਸ ਪਰਸਨੈਲਿਟੀ ਹੈ ਤੁਸੀਂ ਕਰਨਾ ਚਾਹੋਗੇ ਕੋਈ ਗੋਲਫ ਦੀ ਮੂਵੀ ਜਿੱਦਾਂ ਬਣਦੀ ਹੈ ਬਾਲੀਵੁੱਡ ਵਿੱਚ ਸੀ ਠੀਕ ਹੈ ਆਈ ਵੁਡ ਮਾਈਂਡ ਬਟ ਜਸਟ ਦੈਟ ਅਗਰ ਉਹ ਮੇਰੇ ਸ਼ੈਡਿਊਲ ਨਾਲ ਮੇਰੇ ਗੇਮ ਨਾਲ ਮੇਰੇ ਟੂਰਨਾਮੈਂਟਸ ਨਾਲ ਉਹ ਕੁਝ ਕਲੈਸ਼ ਨਹੀਂ ਹੁੰਦਾ ਐਂਡ ਆਈ ਫੀਲ ਕਿ ਈਜ਼ੀਲੀ ਹੋ ਸਕਦਾ ਹੈ ਦੈਨ ਯੈਸ ਆਈ ਵੁਡ ਲਵ ਟੂ ਡੂ ਸਮਥਿੰਗ ਲਾਈਕ ਦੈਟ
ਤੇ ਇਹ ਤੁਹਾਡਾ ਡ੍ਰੀਮ ਸੀਗਾ ਗੋਲਫ, ਮੰਨ ਲਓ ਕੋਈ ਹੋਰ ਸਪੋਰਟਸ ਅੱਗੇ ਅਪੋਰਚੁਨਿਟੀ ਮਿਲਦੀ ਹੈ, ਕਿਹੜਾ ਸਪੋਰਟਸ ਤੁਸੀਂ ਇਹਦੀ ਜਗ੍ਹਾ ਮਤਲਬ ਚੂਜ਼ ਕਰਨਾ ਚਾਹੋਗੇ? ਸੋ ਇਹਦੀ ਜਗ੍ਹਾ ਤੋਂ ਕੁਝ ਛੋੜ ਨਹੀਂ ਲੈ ਸਕਦਾ, ਬਟ ਯੈਸ देयर आर अदर स्पोर्ट्स जो मैं ट्राई ज़रूर करना चाहूँगी, मैं आप ही सीखना चाहूँगी, एंड आई थिंक टेनिस इज़ वन ऑफ देम, and because you know tennis and golf, they are very similar in their own ways technique wise. So yes, I would definitely like to learn tennis. ਤੇ ਤੁਹਾਡਾ ਕੋਈ ਆਈਡਲ ਸਪੋਰਟਸ ਜਿਹਨੂੰ ਤੁਸੀਂ ਫੋਲੋ ਕਰਦੇ ਹੋ? ਸੋ ਮੇਰੀ ਫੀਮੇਲ ਵਿੱਚ ਵਨ ਆਫ ਮਾਈ ਫੇਵਰੇਟ ਸਪੋਰਟਸ ਪਰਸਨ ਇਜ਼ ਸਰੀਨਾ ਵਿਲੀਅਮਸ, ਉਹੀ ਟੈਨਿਸ ਦੇ ਜਿਹੜੇ ਪਲੇਅਰ ਹੈਗੇ, ਤੇ ਯੈਸ ਇਟ ਇਜ਼ ਵੈਰੀ ਇੰਸਪਾਇਰਿੰਗ ਟੂ ਸੀ ਹਰ ਜਰਨੀ that you know after becoming a mother also she was recently, of course in the last round yesterday only she lost US Open, but yes it is definitely inspiring to see us age being there with the same, you know, with such high fitness levels. Yes, that is very very inspiring. ਤੇ ਐਕਸਪੈਕਟੇਸ਼ਨਸ ਕੀ ਨੇ ਤਵਲੀਨ ਖੁਦ ਤੋਂ, ਕਦੇ ਕੁਝ ਐਕਸਪੈਕਟ ਕੀਤਾ? So my expectation is just give my best every day, be the best person, become better and better as I was compared to yesterday, as compared to the last year. Yes, that's my only goal. That's ਤੇ my ਜਾਂਦੇ ਜਾਂਦੇ ਕੀ ਕਹਿਣਾ ਚਾਹੋਗੇ, ਜਿਹੜੀ ਸੋਸਾਇਟੀ ਦੀ ਸੋਚ ਹੈ ਲੜਕੀਆਂ ਬਾਰੇ ਹਾਲੇ ਵੀ ਉਹ ਹੈਗੀ ਹੈ, ਉਹਨੂੰ ਚੇਂਜ ਕਰਨ ਲਈ ਕੀ ਕਹਿਣਾ ਚਾਹੋਗੇ? of course there are many examples जो proof करते हैं कि लड़कियां भी किसी तो कम नहीं हैगी, लड़कियां can be successful and in a lot of ways हर एक फील्ड ਵਿੱਚ of course today ਅਸੀਂ ਗੱਲ ਕਰ ਰਹੇ ਹਾਂ ਸਪੋਰਟਸ ਦੇ ਬਾਰੇ, ਪਰ ਹਰ ਇੱਕ ਫੀਲਡ ਵਿੱਚ ਗਰਲਸ ਦਾ ਕੈਲੀਬਰ ਇਜ਼ ਇਕੁਅਲੀ ਹਾਈ, ਐਂਡ ਜਿੱਥੇ ਵੀ ਕਰੈਕਟ ਤੁਸੀਂ ਇੱਕ ਹਾਰਡ ਵਰਕ ਡਾਲੋ ਤੇ ਇੱਕ ਬਿਲੀਫ, ਇੱਕ ਸਪੋਰਟ ਸਿਸਟਮ ਹਾਈ ਹੋ, ਆਈ ਥਿੰਕ ਬੀ ਇਟ ਗਰਲ, ਬੀ ਇਟ ਬॉय, ਬੀ ਇਟ ਐਨੀਥਿੰਗ, that will flourish, that will be successful. ਤਾਂ ਇਸੇ ਕਿ ਮੇਰੇ ਨਾਲ ਗੋਲਫਰ ਤਵਲੀਨ ਬੱਤਰਾ ਜੀ ਨੇ ਦੱਸਿਆ ਕਿ ਜਿਹੜੀ ਲੋਕਾਂ ਦੀ ਸੋਚ ਹੈ ਕੁੜੀਆਂ ਦੇ ਪ੍ਰਤੀ ਸਪੋਰਟਸ ਲਈ, ਉਹ ਗਲਤ ਹੈ। ਕੁੜੀਆਂ ਵੀ ਸਪੋਰਟਸ ਖੇਡ ਸਕਦੀਆਂ ਨੇ, ਗੋਲਫ ਕੋਈ ਵੀ ਸਪੋਰਟਸ ਆ, ਨਾ ਸਿਰਫ ਗੋਲਫ ਦੀ ਗੱਲ ਹੋ ਰਹੀ ਹੈ, ਖਾਲੀ ਮੁੰਡਿਆਂ ਲਈ ਨਹੀਂ ਬਣੀਆਂ, ਉਹ ਕੁੜੀਆਂ ਲਈ ਵੀ ਬਣੀਆਂ, ਕੁੜੀਆਂ ਵੀ ਕਿਸੇ ਤੋਂ ਘੱਟ ਨਹੀਂ ਹੈਗੀਆਂ। ਤੇ ਇਹਨਾਂ ਨੇ ਦੱਸਿਆ ਕਿ ਇਹਨਾਂ ਨੇ ਕਾਫੀ ਜਿਹੜਾ ਸਟਰਗਲ ਇਸ ਫੀਲਡ ਵਿੱਚ ਕੀਤਾ ਤੇ ਅੱਛਾ ਖਾਸਾ ਜਿਹੜਾ ਨਾਮ ਕਮਾਇਆ, ਉਹ ਬਿਕੋਜ਼ ਆਫ ਹਿਸ ਉਹਨਾਂ ਦੀ ਫੈਮਿਲੀ ਸਪੋਰਟ ਰਹੀ ਹੈ। ਤੁਸੀਂ ਵੀ ਜਿਹੜੇ ਆਪਣੇ ਵਿਚਾਰ ਨੂੰ ਸਾਂਝੇ ਕਰ ਸਕਦੇ ਹੋ ਕਿ ਕੁੜੀਆਂ ਵੀ ਸਪੋਰਟਸ ਖੇਡ ਸਕਦੀਆਂ ਨੇ, ਸਮਾਜ ਨੂੰ ਆਪਣੀ ਸੋਚ ਬਦਲਣੀ ਚਾਹੀਦੀ ਹੈ, ਕਿਉਂਕਿ ਸਮਾਜ ਵਿੱਚ ਹਾਲੇ ਵੀ ਜਿਹੜਾ ਭੇਦਭਾਵ ਹੈਗਾ ਜੋ ਕਿ ਸਹੀ ਨਹੀਂ ਹੈ। ਬਣੇ ਰਹੋ TV NRI ਨਾਲ।